ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਰੀਅਲ ਆਈਡੀ ਦੀ ਆਖਰੀ ਮਿਤੀ 7 ਮਈ। ਅਮਰੀਕੀ ਹਵਾਈ ਅੱਡਿਆਂ ਤੇ ਆਈਡੀ ਦੀਆਂ ਸਖਤ ਜ਼ਰੂਰਤਾਂ ਲਾਗੂ। ਟਰੰਪ ਦੇ ਰਾਹ ਤੇ ਕੈਨੇਡੀਅਨ ਨੇਤਾ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਖਾਧੀ ਸਹੁੰ। ਕੈਨੇਡਾ 'ਚ 3 ਪੰਜਾਬੀਆਂ ਦੀ ਕਾਰ ਦੇ ਨਾਲ ਹੋਇਆ ਦਰਦਨਾਕ ਹਾਦਸਾ। ਅਮਰੀਕਾ 'ਚ ਸਿਟੀ ਪਾਰਕ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ। ਅਮਰੀਕਾ ਦੇ ਕੈਲੀਫੋਰਨੀਆ 'ਚ ਆਇਆ ਤੇਜ਼ ਭੂਚਾਲ, ਪਹਾੜ ਤੋਂ ਪੱਥਰ ਡਿੱਗੇ, ਲੋਕਾਂ 'ਚ ਡਰ। ਪਾਲਤੂ ਪਿਟਬੁਲ ਨੇ 7 ਮਹੀਨਿਆਂ ਦੀ ਬੱਚੀ ਤੇ ਕੀਤਾ ਜਾਨਲੇਵਾ ਹਮਲਾ, ਬੱਚੀ ਦੀ ਹੋਈ ਦਰਦਨਾਕ ਮੌਤ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ तमाम ਖਬਰਾਂ। ਜਿਵੇਂ ਕਿ ਰੀਅਲ ਆਈਡੀ ਲਾਗੂ ਕਰਨ ਦੀ 7 ਮਈ ਦੀ ਆਖਰੀ ਮਿਤੀ ਨੇੜੇ ਆ ਰਹੀ ਹੈ, ਲੱਖਾਂ ਅਮਰੀਕੀ ਸੋਚ ਰਹੇ ਹਨ ਕਿ ਕੀ ਉਹਨਾਂ ਦੀ ਮੌਜੂਦਾ ਪਛਾਣ ਘਰੇਲੂ ਹਵਾਈ ਯਾਤਰਾ ਲਈ ਕਾਫੀ ਹੋਵੇਗੀ। ਸਾਰੇ 50 ਰਾਜਾਂ, ਡਿਸਟ੍ਰਿਕਟ ਆਫ ਕੋਲੰਬੀਆ ਅਤੇ ਅਮਰੀਕੀ ਪ੍ਰਦੇਸ਼ਾਂ ਦੁਆਰਾ ਹੁਣ ਰੀਅਲ ਆਈਡੀ ਅਨੁਕੂਲ ਡਰਾਈਵਿੰਗ ਲਾਇਸੈਂਸ ਅਤੇ ਆਈਡੀ ਕਾਰਡ ਜਾਰੀ ਕੀਤੇ ਜਾ ਰਹੇ ਹਨ। ਯਾਤਰੀਆਂ ਨੂੰ ਨਵੇਂ ਪ੍ਰੋਟੋਕਾਲ ਅਤੇ ਮੌਜੂਦਾ ਮਾਪਦੰਡਾਂ ਵਿਚਕਾਰ ਮੁੱਖ ਅੰਤਰਾਂ ਨੂੰ ਸਮਝਣਾ ਚਾਹੀਦਾ ਹੈ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਲਈ ਘਰੇਲੂ ਉਡਾਨ ਭਰਨ ਲਈ ਇੱਕ ਮਿਆਰੀ ਡਰਾਈਵਿੰਗ ਲਾਇਸੈਂਸ ਕਾਫੀ ਨਹੀਂ ਹੋਵੇਗਾ। ਹਾਲਾਂਕਿ ਗ੍ਰਹਿ ਸੁਰੱਖਿਆ ਵਿਭਾਗ ਦੇ ਅਨੁਸਾਰ ਨਿਊਯਾਰਕ, ਮਿਸ਼ੀਗਨ, ਮਿਨੀਸੋਟਾ, ਵਾਸ਼ਿੰਗਟਨ ਅਤੇ ਵਰਮੌਂਟ ਦੇ ਨਿਵਾਸੀਆਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਏਜੰਸੀ ਨੇ ਕਿਹਾ ਕਿ ਵਾਸ਼ਿੰਗਟਨ, ਮਿਸ਼ੀਗਨ, ਮਿਨੀਸੋਟਾ, ਨਿਊਯਾਰਕ ਅਤੇ ਵਰਮੌਂਟ ਦੁਆਰਾ ਜਾਰੀ ਕੀਤੇ ਗਏ ਵਧੇ ਹੋਏ ਡਰਾਈਵਿੰਗ ਲਾਇਸੈਂਸ ਨੂੰ ਰੀਅਲ ਆਈਡੀ ਅਨੁਕੂਲ ਕਾਰਡਾਂ ਦੇ ਸਵੀਕਾਰਯੋਗ ਵਿਕਲਪ ਮੰਨਿਆ ਜਾਂਦਾ ਹੈ। ਸੋ ਜ਼ਿਆਦਾਤਰ EDLs ਵਿੱਚ ਸਟਾਰ ਮਾਰਕਿੰਗ ਨਹੀਂ ਹੁੰਦੀ ਹੈ ਅਤੇ ਸਵੀਕਾਰਯੋਗ ਹੁੰਦੇ ਹਨ। ਇਸ ਤੋਂ ਇਲਾਵਾ DMV ਨੇ ਨਿਊਯਾਰਕ ਵਿੱਚ ਇੱਕ EDL ਅਤੇ ਇੱਕ ਰੀਅਲ ਆਈਡੀ ਵਿੱਚ ਅੰਤਰ ਨੂੰ ਬਹੁਤ ਸਪਸ਼ਟ ਕਰ ਦਿੱਤਾ ਹੈ। ਰਾਜ ਦੁਆਰਾ ਜਾਰੀ ਕੀਤੀਆਂ ਗਈਆਂ ਆਈਡੀਜ਼ ਹਨ ਜੋ ਲੋਕਾਂ ਨੂੰ ਕੈਨੇਡਾ, ਮੈਕਸੀਕੋ ਅਤੇ ਕੁਝ ਹੋਰ ਕੈਰੀਬੀਅਨ ਦੇਸ਼ਾਂ ਤੋਂ ਜ਼ਮੀਨ ਜਾਂ ਸਮੁੰਦਰ ਰਾਹੀਂ ਦੇਸ਼ ਵਿੱਚ ਵਾਪਸ ਦਾਖਲ ਹੋਣ ਦੀ ਆਗਿਆ ਦਿੰਦੀਆਂ ਹਨ। ਜਿਵੇਂ ਕਿ ਨਿਊਜ਼ਵੀਕ ਦੁਆਰਾ ਰਿਪੋਰਟ ਕੀਤੀ ਗਈ ਹੈ, ਜੇਕਰ ਨਿਰਧਾਰਤ ਸਮਾਂ ਸੀਮਾ ਤੱਕ ਕੋਈ ਵੀ ਅਨੁਕੂਲ ਆਈਡੀ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਯਾਤਰੀ ਅਜੇ ਵੀ ਇੱਕ ਵੈਧ ਅਮਰੀਕੀ ਪਾਸਪੋਰਟ ਜਾਂ DHS ਟਰਸਟਿਡ ਟਰੈਵਲਰ ਕਾਰਡ ਜਿਵੇਂ ਕਿ ਗਲੋਬਲ ਐਂਟਰੀ, ਨੈਕਸਸ ਜਾਂ ਹੋਰ ਵੀ ਕਾਰਡ ਦੀ ਮਦਦ ਨਾਲ ਘਰੇਲੂ ਤੌਰ ਤੇ ਉਡਾਨ ਭਰ ਸਕਣਗੇ। TSA ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਿਨਾਂ ਕਿਸੇ ਅਸਲ ਆਈਡੀ ਦੇ ਯਾਤਰਾ ਕਰ ਸਕਦੇ ਹਨ। ਉਹਨਾਂ ਦੇ ਨਾਲ ਇੱਕ ਬਾਲਗ ਵੀ ਵੈਧ ਪਛਾਣ ਪੱਤਰ ਦੇ ਨਾਲ ਹੋਵੇਗਾ। ਇਸ਼ਤਿਹਾਰਬਾਜ਼ੀ ਸੰਘੀ ਅਧਿਕਾਰੀਆਂ ਨੇ ਇਹ ਵੀ ਉਜਾਗਰ ਕੀਤਾ ਹੈ ਕਿ ਰੀਅਲ ਆਈਡੀ ਐਕਟ ਇੱਕ ਰਾਸ਼ਟਰੀ ਪਛਾਣ ਪ੍ਰਣਾਲੀ ਨਹੀਂ ਹੈ। DHS ਕਹਿੰਦਾ ਹੈ ਕਿ ਕੋਈ ਸੰਘੀ ਡੇਟਾਬੇਸ ਨਹੀਂ ਹੈ। ਹਰੇਕ ਅਧਿਕਾਰ ਖੇਤਰ ਆਪਣਾ ਵਿਲੱਖਣ ਲਾਇਸੈਂਸ ਜਾਰੀ ਕਰਨਾ ਜਾਰੀ ਰੱਖਦਾ ਹੈ, ਆਪਣੇ ਰਿਕਾਰਡਾਂ ਨੂੰ ਬਣਾਈ ਰੱਖਦਾ ਹੈ ਅਤੇ ਇਹ ਨਿਯੰਤਰਿਤ ਕਰਦਾ ਹੈ ਕਿ ਕੌਣ ਉਹਨਾਂ ਰਿਕਾਰਡਾਂ ਤੱਕ ਪਹੁੰਚ ਪ੍ਰਾਪਤ ਕਰਦਾ ਹੈ ਅਤੇ ਕਿਹੜੇ ਹਾਲਾਤਾਂ ਵਿੱਚ। ਸੋ ਜਿਨ੍ਹਾਂ ਕੋਲ ਅਜੇ ਵੀ ਇੱਕ ਸਟੈਂਡਰਡ ਆਈਡੀ ਹੈ ਜੋ ਰੀਅਲ ਆਈਡੀ ਦੇ ਰੈਂਕ ਨਾਲ ਮੇਲ ਨਹੀਂ ਖਾਂਦੀ, ਉਹਨਾਂ ਲਈ ਸਮਾਂ ਖਤਮ ਹੋ ਰਿਹਾ ਹੈ। ਜਿਵੇਂ-ਜਿਵੇਂ ਸਮਾਂ ਸੀਮਾ ਨੇੜੇ ਆ ਰਹੀ ਹੈ, DMV ਦਫ਼ਤਰਾਂ ਨੂੰ ਉਡੀਕ ਲਾਈਨਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਕੋਲ ਜਾਰੀ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਤੋਂ ਇੱਕ ਵਧੀ ਹੋਈ ਆਈਡੀ ਹੈ, ਉਹਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸੰਘੀ ਏਜੰਸੀਆਂ ਜਿਨ੍ਹਾਂ ਵਿੱਚ DHS ਅਤੇ ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਸ਼ਾਮਲ ਹਨ, ਸਿਰਫ ਉਹਨਾਂ ਯਾਤਰੀਆਂ ਨੂੰ ਹੀ TSA ਸੁਰੱਖਿਆ ਚੌਂਕੀਆਂ ਵਰਗੀਆਂ ਸੰਘੀ ਸਹੂਲਤਾਂ ਤੱਕ ਪਹੁੰਚ ਦੀ ਇਜਾਜ਼ਤ ਦੇਣਗੀਆਂ ਜਿਨ੍ਹਾਂ ਕੋਲ ਰਾਜ ਦੁਆਰਾ ਜਾਰੀ ਕੀਤਾ ਗਿਆ ਆਈਡੀ ਹੋਵੇਗਾ ਜੋ ਰੀਅਲ ਆਈਡੀ ਮਿਆਰਾਂ ਨੂੰ ਪੂਰਾ ਕਰਦਾ ਹੈ। ਕੈਨੇਡਾ ਦੇ ਵਿੱਚ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਵਰੇ ਨੇ ਅਪਰਾਧਿਕ ਨਫ਼ਰਤ ਫੈਲਾਉਣ ਤੇ ਵਿਦੇਸ਼ੀ ਲੋਕਾਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਦੇਣ ਦੀ ਸਹੁੰ ਖਾਧੀ ਹੈ। ਉਹਨਾਂ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਨਫ਼ਰਤ ਮਾਰਚਾਂ ਤੇ ਯਹੂਦੀ ਵਿਰੋਧੀ ਭਾਵਨਾਵਾਂ ਵਿੱਚ ਵਾਧਾ ਕਰਨ ਦਾ ਦੋਸ਼ ਲਗਾਇਆ। ਪੋਲੀਵਰੇ ਨੇ ਅਟਾਵਾ ਦੇ ਇੱਕ ਚੋਣ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਜਿੱਥੇ ਲਿਬਰਲ ਨੇਤਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਫ਼ਤੇ ਗਾਜ਼ਾ ਵਿੱਚ ਯੁੱਧ ਤੇ ਟਿੱਪਣੀਆਂ ਕਰਕੇ ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੂੰ ਨਾਰਾਜ਼ ਕੀਤਾ ਸੀ। ਪੋਲੀਵਰੇ ਨੇ ਪੱਤਰਕਾਰਾਂ ਨੂੰ ਕਿਹਾ, ਅਸੀਂ ਭੰਨਤੋੜ ਕਾਨੂੰਨਾਂ ਨੂੰ ਤੋੜਨ ਵਾਲੇ ਨਫ਼ਰਤ ਮਾਰਚਾਂ ਅਤੇ ਨਸਲੀ ਅਤੇ ਧਰਮ ਦੇ ਆਧਾਰ ਤੇ ਹਿੰਸਕ ਹਮਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਸਖਤ ਕਾਨੂੰਨ ਲਿਆਵਾਂਗੇ।
ਉਹਨਾਂ ਨੇ ਕਿਹਾ ਜੋ ਵੀ ਇੱਥੇ ਵਿਜ਼ਟਰ ਵੀਜ਼ਾ ਤੇ ਹੈ ਤੇ ਇਸ ਦੌਰਾਨ ਜੇਕਰ ਉਹ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਇਸ ਦੇਸ਼ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਪੋਇਲੀਵਰੀ ਨੇ ਪਿਛਲੇ ਸਮੇਂ ਤੋਂ ਟਰੰਪ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਆਰਥਿਕ ਹਮਲਿਆਂ ਅਤੇ ਸੰਯੁਕਤ ਰਾਜ ਦੇ ਉੱਤਰੀ ਗੁਆਂਢੀ ਨੂੰ ਆਪਣੇ ਨਾਲ ਜੋੜਨ ਦੀਆਂ ਧਮਕੀਆਂ ਨੇ ਕੈਨੇਡੀਅਨ ਵੋਟਰਾਂ ਨੂੰ ਨਿਰਾਸ਼ ਕੀਤਾ ਹੈ। ਕੈਨੇਡਾ ਦੇ ਵਿੱਚ ਯਹੂਦੀ ਸੰਗਠਨ ਬਣਾਈ ਬ੍ਰਿਥ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਯਹੂਦੀ ਵਿਰੋਧੀ ਕਾਰਵਾਈਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਜਿਸ ਨੇ ਗਾਜ਼ਾ ਵਿੱਚ ਯੁੱਧ ਸ਼ੁਰੂ ਕੀਤਾ, ਮੌਂਟਰੀਅਲ, ਟੋਰਾਂਟੋ ਅਤੇ ਵੈਨਕੂਵਰ ਵਿੱਚ ਯਹੂਦੀ ਸਕੂਲਾਂ ਅਤੇ ਪ੍ਰਾਰਥਨਾ ਸਥਾਨਾਂ ਤੇ ਕਈ ਅੱਗ ਬੁਝਾਉਣ ਅਤੇ ਗੋਲੀਬਾਰੀ ਦੇ ਹਮਲੇ ਹੋਏ ਹਨ। ਕੈਨੇਡਾ ਦੇ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਗੱਡੀ ਚਲਾ ਰਹੇ ਨੌਜਵਾਨ ਨੂੰ ਮਾਮੂਲੀ ਸੱਟਾਂ ਵੱਜੀਆਂ, ਜਿਸ ਨੂੰ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹੇਠ ਕਾਬੂ ਕਰ ਲਿਆ। ਹਾਦਸਾ ਕੈਲੰਡਨ ਵਿਖੇ ਵਾਪਰਿਆ ਅਤੇ ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ ਵੱਲੋਂ ਮਰਨ ਵਾਲੇ ਜਾਂ ਗ੍ਰਿਫਤਾਰ ਪੰਜਾਬੀ ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ, ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 23 ਸਾਲਾਂ ਦੇ ਕਰਨਵੀਰ ਸਿੰਘ ਨੂੰ ਹਾਦਸੇ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ। ਗੱਡੀ ਵਿੱਚ ਸਵਾਰ ਤਿੰਨੋਂ ਨੌਜਵਾਨ ਬਰੈਂਪਟਨ ਨਾਲ ਸੰਬੰਧਿਤ ਸਨ ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ। ਕੈਲੰਡਨ ਵਿਖੇ ਬੋਸਟਨ ਮਿਲਜ਼ ਰੋਡ ਨੇੜੇ ਬ੍ਰੈਮਲੀ ਰੋਡ ਤੇ ਵਾਪਰੇ ਹਾਦਸੇ ਦੌਰਾਨ ਮਰਨ ਵਾਲੇ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ ਬ੍ਰੈਮਲੀ ਰੋਡ ਨੂੰ ਕਿੰਗ ਸਟਰੀਟ ਅਤੇ ਬੋਸਟਨ ਮਿਲਜ਼ ਦਰਮਿਆਨ ਕਈ ਘੰਟੇ ਬੰਦ ਰੱਖਿਆ ਗਿਆ। ਪੁਲਿਸ ਨੇ ਦੱਸਿਆ ਕਿ ਬਰੈਂਪਟਨ ਨਾਲ ਸੰਬੰਧੀ 23 ਸਾਲ ਦੇ ਨੌਜਵਾਨ ਵਿਰੁੱਧ ਨਸ਼ੇ ਵਿੱਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ, ਨਸ਼ੇ ਵਿੱਚ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਦਾ ਕਾਰਨ ਬਣਨ ਅਤੇ ਪੀਸ ਅਫਸਰ ਦੇ ਕੰਮ ਵਿੱਚ ਅੜਿੱਕੇ ਢਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ ਦੀ ਕੈਲੰਡਨ ਡਿਟੈਚਮੈਂਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਹਾਦਸੇ ਨਾਲ ਸੰਬੰਧ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਦੇ ਨਾਲ ਸੰਪਰਕ ਕੀਤਾ ਜਾਵੇ। ਉਧਰ ਓਨਟਾਰੀਓ ਦੇ ਸਡਬਰੀ ਵਿਖੇ ਸੜਕ ਹਾਦਸੇ ਮਗਰੋਂ 31 ਸਾਲ ਦੇ ਡਰਾਈਵਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਡਰਾਈਵਰ ਦਾ ਲਾਇਸੈਂਸ 90 ਦਿਨ ਵਾਸਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਗੱਡੀ 14 ਦਿਨ ਲਈ ਜ਼ਬਤ ਰਹੇਗੀ। ਇੱਕ ਵਾਰ ਫਿਰ ਅਮਰੀਕਾ ਤੋਂ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਅਰਕਾਨਸਾਸ ਦੇ ਕੋਨਵੇ ਸ਼ਹਿਰ ਦੇ ਇੱਕ ਪਾਰਕ ਵਿੱਚ ਅੰਨ੍ਹੇਵਾਹ ਗੋਲੀਬਾਰੀ ਹੋਈ। ਇਸ ਘਟਨਾ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਲਿਟਲ ਰੌਕ ਤੋਂ ਲਗਭਗ 43 ਕਿਲੋਮੀਟਰ ਉੱਤਰ ਵੱਲ ਕੋਨਵੇ ਸ਼ਹਿਰ ਦੇ 5ਵੇਂ ਐਵੇਨਿਊ ਪਾਰਕ ਵਿੱਚ ਵਾਪਰੀ। ਇਸ ਮਾਮਲੇ ਵਿੱਚ ਕੋਨਵੇ ਪੁਲਿਸ ਨੇ ਕਿਹਾ ਹੈ ਕਿ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹਨਾਂ ਦੀ ਹਾਲਤ ਇਸ ਸਮੇਂ ਸਥਿਰ ਹੈ। ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਪਿੱਛੇ ਕੌਣ ਸੀ ਜਾਂ ਗੋਲੀਬਾਰੀ ਕਿਉਂ ਕੀਤੀ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ ਹੈ। ਤੁਹਾਨੂੰ ਦੱਸ ਦਈਏ ਕਿ ਜਿਸ ਪਾਰਕ ਵਿੱਚ ਗੋਲੀਬਾਰੀ ਹੋਈ ਹੈ ਉਹ ਲਗਭਗ 10 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਉੱਥੇ ਬੱਚਿਆਂ ਦੇ ਖੇਡਣ ਲਈ ਇੱਕ ਵੱਡਾ ਖੇਡ ਦਾ ਮੈਦਾਨ, ਬਾਸਕਟਬਾਲ ਕੋਰਟ ਅਤੇ ਸਪਲੈਸ਼ ਪੈਡ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ। ਸੋਮਵਾਰ ਸਵੇਰੇ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ 'ਚ ਇੱਕ ਤੇਜ਼ ਭੂਚਾਲ ਆਇਆ। ਇਸ ਭੂਚਾਲ ਦੀ ਤੀਬਰਤਾ 5.2 ਸੀ। ਲੋਕ ਭੂਚਾਲ ਦੇ ਝਟਕਿਆਂ ਤੋਂ ਡਰ ਗਏ। ਭੂਚਾਲ ਕਾਰਨ ਸੈਨ ਡਿਏਗੋ ਦੇ ਬਾਹਰ ਪੇਂਡੂ ਖੇਤਰਾਂ ਵਿੱਚ ਸੜਕਾਂ ਤੇ ਚਟਾਨਾਂ ਡਿੱਗ ਪਈਆਂ। ਉਸੇ ਸਮੇਂ ਸ਼ੈਲਫਾਂ ਤੇ ਕੰਧਾਂ ਤੋਂ ਚੀਜ਼ਾਂ ਡਿੱਗਣ ਲੱਗ ਪਈਆਂ। ਚੰਗੀ ਗੱਲ ਇਹ ਹੈ ਕਿ ਇਸ ਭੂਚਾਲ ਕਾਰਨ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਆਇਆ ਅਤੇ ਇਸ ਦਾ ਕੇਂਦਰ ਜੂਲੀਅਨ ਤੋਂ ਕੁਝ ਮੀਲ ਦੂਰ ਸੈਨ ਡਿਏਗੋ ਕਾਉਂਟੀ ਵਿੱਚ ਸੀਗਾ। ਇਸ ਭੂਚਾਲ ਤੋਂ ਬਾਅਦ ਕਈ ਛੋਟੇ-ਮੋਟੇ ਝਟਕੇ ਵੀ ਮਹਿਸੂਸ ਕੀਤੇ ਗਏ। 1870 ਦੇ ਦਹਾਕੇ ਤੋਂ ਜੂਲੀਅਨ ਵਿੱਚ ਚੱਲ ਰਹੀ ਸੋਨੇ ਦੀ ਖਾਨ ਦੇ ਮਾਲਕ ਪਾਲ ਨੇ ਭੂਚਾਲ ਬਾਰੇ ਆਪਣਾ ਬਿਆਨ ਸਾਂਝਾ ਕੀਤਾ। ਉਸਨੇ ਕਿਹਾ ਕਿ ਉਸਨੇ ਸੋਚਿਆ ਸੀ ਕਿ ਘਰ ਦੀਆਂ ਖਿੜਕੀਆਂ ਟੁੱਟ ਜਾਣਗੀਆਂ ਕਿਉਂਕਿ ਉਹ ਬਹੁਤ ਹਿਲ ਰਹੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਉਹਨਾਂ ਨੇ ਕਿਹਾ ਵਾਈਬ੍ਰੇਸ਼ਨ ਕਾਰਨ ਕਾਊਂਟਰ ਤੇ ਰੱਖੇ ਫੋਟੋ ਫਰੇਮ ਹੇਠਾਂ ਡਿੱਗ ਪਏ, ਪਰ ਸੈਲਾਨੀਆਂ ਦੁਆਰਾ ਵੇਖੀਆਂ ਜਾ ਸਕਣ ਵਾਲੀਆਂ ਸੁਰੰਗਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਮਰੀਕਾ ਦੇ ਕੋਲੰਬਸ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 7 ਮਹੀਨੇ ਦੀ ਬੱਚੀ ਤੇ ਉਸਦੇ ਘਰ ਦੇ 3 ਪਾਲਤੂ ਪਿਟਬੁਲ ਕੁੱਤਿਆਂ ਵਿੱਚੋਂ ਇੱਕ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ। ਸਥਾਨਕ ਪੁਲਿਸ ਅਧਿਕਾਰੀ ਦੇ ਅਨੁਸਾਰ ਮਰੀ ਹੋਈ ਬੱਚੀ ਤੇ ਪਾਲਤੂ ਕੁੱਤੇ ਨੇ ਹਮਲਾ ਕੀਤਾ ਸੀ।
ਉਸ ਪਰਿਵਾਰ ਦੇ ਤਿੰਨੋਂ ਕੁੱਤਿਆਂ ਨੂੰ ਫ੍ਰੈਂਕਲਿਨ ਕਾਉਂਟੀ ਐਨੀਮਲ ਕੰਟਰੋਲ ਯੂਨਿਟ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਮੁਕੰਮਲ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਉਹਨਾਂ ਨਾਲ ਕੀ ਕੀਤਾ ਜਾਣਾ ਹੈ। ਬੱਚੀ ਦੀ ਮਾਂ ਨੇ ਆਪਣੇ ਦੁੱਖ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦਿਆਂ ਲਿਖਿਆ, ਮੈਂ ਸ਼ਾਇਦ ਕਦੀ ਨਹੀਂ ਸਮਝ ਪਾਵਾਂਗੀ ਕਿ ਅਜਿਹਾ ਕਿਉਂ ਹੋਇਆ, ਕਿਉਂਕਿ ਤਿੰਨੇ ਪਾਲਤੂ ਕੁੱਤੇ ਹਮੇਸ਼ਾ ਮੇਰੇ ਪਰਿਵਾਰ ਦਾ ਹਿੱਸਾ ਰਹੇ ਹਨ ਅਤੇ ਬੱਚੀ ਦੇ ਜਨਮ ਤੋਂ ਬਾਅਦ ਉਹ ਸਦਾ ਉਸਦੇ ਨਾਲ ਹੀ ਰਹੇ ਸਨ। ਸੋ ਉਸਨੇ ਮੈਕੈਂਜੀ ਨੇ ਕੁੱਤਿਆਂ ਨਾਲ ਐਲੀਜ਼ਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਕੁੱਤਿਆਂ ਨਾਲ ਲਿਪਟੀ ਹੋਈ ਦਿਖਾਈ ਦੇ ਰਹੀ ਹੈ। ਉਸਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੈਂ ਬਹੁਤ ਟੁੱਟ ਗਈ ਹਾਂ, ਕਿਉਂਕਿ ਇਹ ਉਹੀ ਕੁੱਤਾ ਸੀ ਜੋ ਹਰ ਦਿਨ ਮੇਰੀ ਬੱਚੀ ਦੇ ਨਾਲ ਰਹਿੰਦਾ ਸੀ। ਐਲੀਜ਼ਾ ਦੇ ਪਿਤਾ ਕੈਮਰਨ ਨੇ ਸੋਸ਼ਲ ਮੀਡੀਆ ਤੇ ਆਪਣੀ ਹਾਲਤ ਦੱਸਦਿਆਂ ਕਿਹਾ ਕਿ ਜੀਵਨ ਬਹੁਤ ਹੀ ਕਠਿਨ ਹੈ, ਮੈਨੂੰ ਸਮਝ ਨਹੀਂ ਆ ਰਿਹਾ ਕਿ ਉਸ ਨੰਨੀ ਜਾਨ ਦੇ ਬਿਨਾਂ ਕਿਵੇਂ ਜਿਊਂਗਾ। ਸਥਾਨਕ ਪੁਲਿਸ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾ ਬਹੁਤ ਹੀ ਦਿਲ ਦਹਿਲਾਨ ਦੇਣ ਵਾਲੀ ਹੈ। ਸੋ ਘਟਨਾ ਸਥਲ ਨੂੰ ਦੇਖ ਕੇ ਲੱਗਦਾ ਸੀ ਕਿ ਘਟਨਾ ਇੰਨੀ ਤੇਜ਼ੀ ਨਾਲ ਘਟ ਗਈ ਕਿ ਕਿਸੇ ਨੂੰ ਕੁਝ ਸਮਝਣ ਦਾ ਜਾਂ ਕੁਝ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਇਹ ਇੱਕ ਬੁਰੀ ਦੁਰਘਟਨਾ ਸੀ। ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਜ਼ਿਆਦਾ ਨਹੀਂ ਦੱਸ ਸਕਦੇ, ਕਿਉਂਕਿ ਜੋ ਵੀ ਇੱਥੇ ਘਟਨਾ ਸਥਲ ਤੇ ਪਹੁੰਚਿਆ ਉਹ ਇੰਨਾ ਦੁਖੀ ਹੋ ਗਿਆ ਜਿਵੇਂ ਉਹ ਸਾਡੀ ਹੀ ਬੱਚੀ ਹੋਵੇ, ਕਿਉਂਕਿ ਸਾਡੇ ਵਿੱਚੋਂ ਲਗਭਗ ਸਾਰੇ ਮਾਪੇ ਹਨ ਅਤੇ ਇੱਕ ਬੱਚੀ ਨੂੰ ਇਸ ਤਰ੍ਹਾਂ ਸੰਸਾਰ ਤੋਂ ਜਾਣ ਦੇ ਦੁੱਖ ਦੀ ਕਲਪਨਾ ਵੀ ਨਹੀਂ ਕਰ ਸਕਦੇ। ਹਜ ਤੋਂ ਠੀਕ ਪਹਿਲਾਂ ਸਾਊਦੀ ਅਰਬ ਦੀ ਸਰਕਾਰ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਾਊਦੀ ਪ੍ਰਿੰਸ ਨੇ ਭਾਰਤੀਆਂ ਦੇ 80% ਪ੍ਰਾਈਵੇਟ ਹਜ ਕੋਟਾ ਨੂੰ ਖਤਮ ਕਰ ਦਿੱਤਾ ਹੈ। ਇਸ ਫੈਸਲੇ ਨਾਲ ਕਰੀਬ 52,000 ਭਾਰਤੀ ਪ੍ਰਭਾਵਿਤ ਹੋਣਗੇ ਜੋ ਹਜ ਯਾਤਰਾ ਤੇ ਜਾਣਾ ਚਾਹੁੰਦੇ ਸਨ। ਉਂਝ ਸਾਊਦੀ ਅਰਬ ਨੇ ਸਾਲ 2025 ਦੇ ਹਜ ਲਈ ਤਿਆਰੀ ਕਰ ਲਈ ਹੈ। ਹਜ ਕਰਨ ਲਈ ਦੁਨੀਆ ਭਰ ਤੋਂ ਲੱਖਾਂ ਮੁਸਲਿਮ ਸ਼ਰਧਾਲੂ ਮੱਕਾ ਮਦੀਨਾ ਵਿੱਚ ਪਹੁੰਚਦੇ ਹਨ ਅਤੇ ਮੱਕਾ ਵਿੱਚ ਕਾਬਾ ਸਾਹਮਣੇ ਆਪਣੇ ਸਿਰ ਨੂੰ ਝੁਕਾਉਂਦੇ ਹਨ। ਸੋ ਤੁਹਾਡੀ ਜਾਣਕਾਰੀ ਦੱਸਦੀ ਹੈ ਕਿ ਸਾਊਦੀ ਅਰਬ ਨੇ ਹਾਲ ਹੀ ਵਿੱਚ ਮੀਨਾ ਇਲਾਕੇ ਵਿੱਚ ਕਈ ਜ਼ੋਨਾਂ ਨੂੰ ਕੈਂਸਲ ਕਰ ਦਿੱਤਾ ਹੈ ਜੋ ਪਹਿਲਾਂ ਪ੍ਰਾਈਵੇਟ ਟੂਰ ਆਪਰੇਟਰਸ ਨੂੰ ਦਿੱਤਾ ਗਿਆ ਸੀ। ਇਸ ਨਾਲ 52,000 ਭਾਰਤੀ ਹਜ ਯਾਤਰੀਆਂ ਦਾ ਜਾਣਾ ਮੁਸ਼ਕਿਲ ਹੋ ਗਿਆ ਹੈ। ਮੀਨਾ ਵਿੱਚ ਹੀ ਹਜ ਯਾਤਰੀ ਰੁਕਦੇ ਸਨ। ਸਾਊਦੀ ਸਰਕਾਰ ਦੇ ਇਸ ਫੈਸਲੇ ਤੇ ਮਹਿਬੂਬਾ ਮੁਫਤੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਰੋਧ ਜਤਾਇਆ ਹੈ। ਉਹਨਾਂ ਮੁਤਾਬਕ ਸਾਊਦੀ ਅਰਬ ਤੋਂ ਆ ਰਹੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਦੇ ਹਜ ਕੋਟੇ ਵਿੱਚ ਅਚਾਨਕ ਕਟੌਤੀ ਕਰ ਦਿੱਤੀ ਗਈ ਹੈ। ਉਹਨਾਂ ਨੇ ਸਰਕਾਰ ਤੋਂ ਇਸ ਮੁੱਦੇ ਨੂੰ ਸਾਊਦੀ ਸਰਕਾਰ ਸਾਹਮਣੇ ਚੁੱਕਣ ਲਈ ਕਿਹਾ ਹੈ। ਭਾਰਤ ਵਿੱਚ ਹਜ ਯਾਤਰਾ ਦਾ ਆਯੋਜਨ ਜਾਂ ਤਾਂ ਹਜ ਕਮੇਟੀ ਜ਼ਰੀਏ ਕੀਤਾ ਜਾਂਦਾ ਹੈ ਜਾਂ ਪ੍ਰਾਈਵੇਟ ਟੂਰ ਆਪਰੇਟਰਸ ਜ਼ਰੀਏ ਕੀਤਾ ਜਾਂਦਾ ਹੈ। ਸਾਲ 2024 ਵਿੱਚ 1,40,000 ਲੋਕ ਹਜ ਕਰਨ ਲਈ ਗਏ ਸਨ। ਇਸ ਸਾਲ ਸਰਕਾਰ ਨੇ ਸਾਊਦੀ ਨਾਲ 1,73,000 ਯਾਤਰੀਆਂ ਦਾ ਸਮਝੌਤਾ ਕੀਤਾ। ਸਾਲ 2024 ਵਿੱਚ ਸੈਂਕੜੇ ਯਾਤਰੀ ਹਜ ਦੌਰਾਨ ਗਰਮੀ ਵਿੱਚ ਮਾਰੇ ਗਏ ਸਨ। ਇਹਨਾਂ ਵਿੱਚ ਜ਼ਿਆਦਾਤਰ ਲੋਕ ਅਜਿਹੇ ਸਨ ਜੋ ਗੈਰ ਕਾਨੂੰਨੀ ਤਰੀਕੇ ਨਾਲ ਹਜ ਕਰ ਰਹੇ ਸਨ। ਇਸ ਕਾਰਨ ਸਾਊਦੀ ਦੇ ਇਸ ਸਾਲ ਹਜ ਦੇ ਇਲਾਵਾ ਕਿਸੇ ਹੋਰ ਵੀਜ਼ਾ ਤੇ ਹਜ ਕਰਨ ਤੋਂ ਰੋਕ ਲਗਾਉਣ ਦਾ ਫੈਸਲਾ ਲਿਆ। ਸਾਲ 2025 ਵਿੱਚ ਹਜ 4 ਜੂਨ ਤੋਂ 2025 ਦੇ ਵਿੱਚ ਇਹ ਜੋ ਸ਼ੁਰੂ ਹੋਣ ਵਾਲੀ ਹੈ 4 ਜੂਨ ਤੋਂ 9 ਜੂਨ ਤੱਕ ਹੋਏਗੀ। ਹਾਲਾਂਕਿ ਇਹ ਚੰਦ ਦਿਸਣ ਤੇ ਨਿਰਭਰ ਕਰੇਗਾ। ਹਜ ਯਾਤਰਾ ਲਈ ਅਪ੍ਰੈਲ ਮਹੀਨੇ ਦੇ ਅਖੀਰ ਤੱਕ ਲੋਕ ਭਾਰਤ ਤੋਂ ਰਵਾਨਾ ਹੋਣਗੇ। ਸਾਊਦੀ ਨੇ ਇਸ ਤੋਂ ਪਹਿਲਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ 14 ਦੇਸ਼ਾਂ ਤੇ ਨਾਗਰਿਕਾਂ ਤੇ ਹਜ ਯਾਤਰਾ ਪੂਰੀ ਹੋਣ ਤੱਕ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਹਜ ਲਈ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਸਾਊਦੀ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ। ਸਾਊਦੀ ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀਜ਼ਾ ਕੈਂਸਲ ਕਰ ਦਿੱਤਾ ਹੈ। ਇਹ ਸਾਰੇ ਬੱਚੇ ਤੇਲੰਗਾਨਾ ਦੇ ਸਨ। ਜਿਹੜੇ ਬੱਚਿਆਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਉਹਨਾਂ ਦਾ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਬਲੂ ਓਰੀਜਨ ਦੇ ਨਿਊ ਸ਼ੈਪਰਡ ਸਬ ਆਰਬਿਟਲ ਵਾਹਨ ਯਾਨੀ ਕਿ NS-31 ਨੇ ਆਪਣਾ 31ਵਾਂ ਮਿਸ਼ਨ ਸਫਲਤਾਪੂਰਵਕ ਪੂਰਾ ਕੀਤਾ। ਪੋਪ ਗਾਇਕਾ ਕੈਟੀ ਪੈਰੀ ਸਮੇਤ 6 ਔਰਤਾਂ ਨੇ 14 ਅਪ੍ਰੈਲ 2025 ਨੂੰ ਪੁਲਾੜ ਦੀ ਯਾਤਰਾ ਕੀਤੀ। ਇਸ ਤੋਂ ਪਹਿਲਾਂ 1963 ਵਿੱਚ ਵੀ ਵੈਲੈਂਟੀਨਾ ਪਹਿਲੀ ਪੂਰੀ ਮਹਿਲਾ ਪੁਲਾੜ ਚਾਲਕ ਦਲ ਸੀ। ਇਸ ਮਿਸ਼ਨ ਦੌਰਾਨ ਪੁਲਾੜ ਯਾਤਰੀ ਕੁਝ ਮਿੰਟਾਂ ਲਈ ਬਾਹਰੀਨਤਾ ਦਾ ਅਨੁਭਵ ਕਰਨਗੇ, ਧਰਤੀ ਦੇ ਜੀਵਨ ਬਦਲਣ ਵਾਲੇ ਦ੍ਰਿਸ਼ ਨੂੰ ਦੇਖਣਗੇ। ਮਸ਼ਹੂਰ ਹਾਲੀਵੁੱਡ ਸਿੰਗਰ ਕੈਟੀ ਪੈਰੀ ਤੇ ਅਮਰੀਕੀ ਅਰਬਪਤੀ ਜੈਫ ਬੇਜ਼ੋਸ ਦੀ ਮੰਗੇਤਰ ਲੌਰੈਂਸ ਸਾਂਚੇਜ਼ ਆਪਣੀ ਪੁਲਾੜ ਯਾਤਰਾ ਤੋਂ ਵਾਪਸ ਆ ਗਈਆਂ ਹਨ। ਉਹਨਾਂ ਦਾ ਪੁਲਾੜ ਮਿਸ਼ਨ ਸ਼ਾਮ 7 ਵਜੇ ਸ਼ੁਰੂ ਹੋਇਆ ਸੀ ਤੇ 7:15 ਵਜੇ ਖਤਮ ਹੋ ਗਿਆ। ਇਸ ਯਾਤਰਾ 'ਚ ਉਹਨਾਂ ਨਾਲ 4 ਹੋਰ ਔਰਤਾਂ ਵੀ ਗਈਆਂ ਸਨ। ਇਹਨਾਂ ਵਿੱਚ ਟੀਵੀ ਪੇਸ਼ਕਰ ਗੇਲ ਕਿੰਗ, ਮਨੁੱਖੀ ਅਧਿਕਾਰੀ ਕਾਰਕੁਨ ਅਮਾਂਡਾ, ਫਿਲਮ ਨਿਰਮਾਤਾ ਕੈਰੀਅਨ ਫਲਿਨ ਤੇ ਨਾਸਾ ਦੀ ਸਾਬਕਾ ਰੌਕੇਟ ਵਿਗਿਆਨੀ ਆਇਸ਼ਾ ਬੋਵੇ ਸ਼ਾਮਲ ਸਨ। ਖਾਸ ਗੱਲ ਹੈ ਕਿ 1963 ਤੋਂ ਬਾਅਦ ਪੁਲਾੜ ਯਾਤਰਾ ਤੇ ਜਾਣ ਵਾਲਾ ਇਹ ਪਹਿਲਾ ਵੂਮਨ ਕਰੂ ਹੈ। 1963 ਵਿੱਚ ਰੂਸੀ ਇੰਜੀਨੀਅਰ ਵੈਲੈਂਟੀਨਾ ਨੇ ਇਕੱਲੇ ਪੁਲਾੜ ਦੀ ਯਾਤਰਾ ਕੀਤੀ ਸੀ। ਇਹ ਯਾਤਰਾ 11 ਮਿੰਟਾਂ ਦੀ ਸੀ। ਇਸ ਮਿਸ਼ਨ ਨੂੰ NS-31 ਨਾਮ ਦਿੱਤਾ ਗਿਆ ਹੈ।
दुनिया भर खिलाफ टैरिफ जंग छेड़न वाले अमरीकी राष्ट्रपति डोनाल्ड ट्रंप ਨੂੰ सबक सिखाउण ਦੇ ਲਈ चीन ने ਵੱਡਾ ਐਕਸ਼ਨ ਲਿਆ ਹੈ। ਅਮਰੀਕਾ ਨਾਲ ਵਧਦੇ ਵਪਾਰ ਯੁੱਧ ਦੇ ਵਿਚਕਾਰ ਚੀਨ ਨੇ 7 ਕੀਮਤੀ ਧਾਤਾਂ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਨੇ ਕਾਰਾਂ, ਡਰੋਨਾਂ ਤੋਂ ਲੈ ਕੇ ਰੋਬੋਟ ਤੇ ਮਿਜ਼ਾਈਲਾਂ ਤੱਕ ਹਰ ਚੀਜ਼ ਨੂੰ ਅਸੈਂਬਲ ਕਰਨ ਲਈ ਲੋੜੀਂਦੇ ਮੈਗਨੇਟ ਯਾਨੀ ਚੁੰਬਕਾਂ ਦੀ ਸ਼ਿਪਮੈਂਟ ਨੂੰ ਵੀ ਚੀਨੀ ਬੰਦਰਗਾਹਾਂ ਤੇ ਰੋਕ ਦਿੱਤਾ ਹੈ। ਇਹ ਸਮੱਗਰੀ ਆਟੋਮੋਬਾਈਲ, ਸੈਮੀਕੰਡਕਟਰ ਤੇ ਐਰੋਸਪੇਸ ਕਾਰੋਬਾਰਾਂ ਲਈ ਬਹੁਤ ਮਹੱਤਵਪੂਰਨ ਹਨ। ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਮੋਟਰ ਵਾਹਨ, ਜਹਾਜ਼, ਸੈਮੀਕੰਡਕਟਰ ਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਪਵੇਗਾ। ਇਸ ਨਾਲ ਇਹ ਮਹਿੰਗੇ ਹੋ ਜਾਣਗੇ। ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਹਾਹਾਕਾਰ ਮਚ ਗਈ ਹੈ। ਦੱਸ ਦਈਏ ਕਿ 4 ਅਪ੍ਰੈਲ ਨੂੰ ਚੀਨ ਨੇ ਇਨ੍ਹਾਂ 7 ਕੀਮਤੀ ਧਾਤਾਂ ਤੇ ਨਿਰਯਾਤ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ। ਹੁਕਮਾਂ ਅਨੁਸਾਰ ਇਨ੍ਹਾਂ ਕੀਮਤੀ ਧਾਤਾਂ ਤੇ ਇਨ੍ਹਾਂ ਤੋਂ ਬਣੇ ਵਿਸ਼ੇਸ਼ ਚੁੰਬਕਾਂ ਨੂੰ ਸਿਰਫ ਵਿਸ਼ੇਸ਼ परमिट नाल ही चीन तो बाहर भेजा जा सकता है। दस दिए कि इलैक्ट्रॉनिक्स तो लैके IT तक इस रेयर अर्थ मटीरियल की वरतों हुंदी है। ये दुर्लभ धरती समग्री 17 तत्तां दा एक समूह है जो खपतकार इलैक्ट्रॉनिक्स तो लैके फौजी उपकरणों तक हर चीज़ विच वरते जाते हैं। इस दी वरतों IT उद्योगां, सूरजी ऊर्जा, रसायनिक उद्योगां दे नाल-नाल आधुनिक तकनीकी तेल रिफाइनरी अते होर बहुत सारे उद्योगां विच कीती जाती है। उधर अमरीकी राष्ट्रपति डोनाल्ड ट्रंप ने ऐतवार नूं कहा कि स्मार्टफोन, कंप्यूटर ते होर इलैक्ट्रॉनिक्स उपकरणों नूं जैसे को तैसा टैरिफ तो छूट है, पर सिर्फ थोड़े समय लिए। उन्होंने सैमीकंडक्टर सैक्टर ते पूरी इलैक्ट्रॉनिक सप्लाई चेन की जांच शुरू करने की ऐलान किया है। ट्रंप ने एक सोशल मीडिया पोस्ट में कहा कि इन्हां इलैक्ट्रॉनिक्स से वखरे टैरिफ लगाए जाएंगे। बीते दिनी अमेरिका च जहाज़ हादसा वापरिया सी। इस जहाज़ हादसे विच पंजाब विच जन्मी एक सर्जन, उसके 2 बच्चे अते उन्हां दे साथी उसके पति समेत मारे गए, जो न्यूयॉर्क राज विच एक छोटे जहाज़ नूं चला रहा सी। ਇਹ 3 ਦਿਨਾਂ ਵਿੱਚ ਅਮਰੀਕਾ 'ਚ ਦੂਜਾ ਹਾਦਸਾ ਸੀ। ਜੋਏ ਸੈਨੀ ਦੇ ਪਰਿਵਾਰ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਉਹਨਾਂ ਦੀਆਂ ਮੌਤਾਂ ਦੀ ਪੁਸ਼ਟੀ ਕੀਤੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਰਤਾ ਅਲਬਰਟ ਨਿਕਸਨ ਨੇ ਐਤਵਾਰ ਨੂੰ ਕਿਹਾ ਕਿ ਇਹ ਹਾਦਸਾ ਸ਼ਨੀਵਾਰ ਨੂੰ ਉਦੋਂ ਵਾਪਰਿਆ ਜਦੋਂ ਉਹਨਾਂ ਦਾ ਮਿਤਸੂਬਿਸ਼ੀ MU-2B ਜਹਾਜ਼ न्यूयॉर्क शहर तो लगभग 200 किलोमीटर दूर कोलंबिया काउंटी हवाई अड्डे ते उतरन की कोशिश कर रहा से। अल्बानी में एक न्यूज़ कॉन्फ्रेंस में बोलते हुए उन्होंने दसिया कि पायलट लैंडिंग समय खुंज गया सी। न्यूयॉर्क शहर के एक उपनगर विच वेस्टचेस्टर हवाई अड्डे तो उड़ान भरिया जहाज़ मैसेचुसेट्स राज की सरहद नेड़े हवाई अड्डे तो लगभग 10 मील हेठा डिग गया। इते दस दिए कि सैनी अपने मापिया नाल अमेरिका आ गई सी अते उसने पिट्सबर्ग यूनिवर्सिटी तो अपनी मैडिकल डिग्री प्राप्त की, जिथे अपने पति माइकल ग्रोफ नूं मिली, जो कि एक न्यूरो सर्जन सी। बोस्टन विच उसकी मैडिकल प्रैक्टिस की वैबसाइट के अनुसार सैनी एक यूरो गायनाकोलॉजिस्ट अते महिला पेंडू पूर्ण निर्माण सर्जन सी। परिवारक बयान विच कहा गया है कि ग्रोफ एक तजर्बेकार पायलट सी। उन्हां दी धी करेना ग्रोफ एक मैडिकल विद्यार्थी सी अते उसका साथी जेम्स सेंटोरो एक निवेश बैंकर जिसने जल्दी ही विआह का प्रस्ताव रखने की योजना बनाई सी। उन्होंने हादसे में मौत हो गई है। उन्होंने पुत्र जैरेड ग्रोफ और उसके साथी अलेक्सिया जो कि एक कानून की विद्यार्थी सी, उसकी भी मौत हो गई है। परिवार अनुसार सैनी और ग्रोफ के पिछे जोड़े की एक होर थी अनिका और सैनी की मां कुलजीत सिंह है। यह घटना शुक्रवार को दक्षिणी फ्लोरिडा में हुए हादसे तो बाद वापरी, जिथे एक सेसेना 310 जहाज बोका रेटन नेड़े डिग गया सी, जिस विच सवार 3 लोगों की मौत हो गई सी। अमरीकी यूनिवर्सिटियों में चल रहे विरोध प्रदर्शन को रोकने लई राष्ट्रपति डोनाल्ड ट्रंप ने एक बड़ा फैसला लिया। वाइट हाउस ने हार्वर्ड यूनिवर्सिटी ਨੂੰ 2.2 ਬਿਲੀਅਨ ਡਾਲਰ यानी कि करीब 200 ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਰੋਕ ਦਿੱਤੀ। ਇਸ ਤੋਂ ਇਲਾਵਾ ਟਰੰਪ ਨੇ ਹਾਰवर्ड ਯੂਨੀਵਰਸਿਟੀ ਨੂੰ ਦਿੱਤੇ ਜਾਣ ਵਾਲੇ 60 ਮਿਲੀਅਨ ਡਾਲਰ ਦੇ ਠੇਕੇ ਵੀ ਰੋਕ ਦਿੱਤੇ। ਵਾਈਟ ਹਾਊਸ ਨੇ ਕੈਂਪਸ ਐਕਟਿਵਿਜ਼ਮ ਦੇ ਮੱਦੇਨਜ਼ਰ ਇੱਕ ਕਦਮ ਚੁੱਕਿਆ। ਦਰਅਸਲ ਕਾਫੀ ਸਮੇਂ ਤੋਂ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਸੀ, ਜਿਸ ਨੂੰ ਕੈਂਪਸ ਐਕਟਿਵਿਜ਼ਮ ਕਿਹਾ ਜਾਂਦਾ ਹੈ। ਟਰੰਪ ਪ੍ਰਸ਼ਾਸਨ ਨੇ ਯੂਨੀਵਰਸਿਟੀਆਂ ਨੂੰ ਕੈਂਪਸ ਐਕਟਿਵਿਜ਼ਮ ਨੂੰ ਰੋਕਣ ਦੀ ਅਪੀਲ ਕੀਤੀ ਸੀ, ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ, ਜਿਸ ਤੋਂ ਬਾਅਦ ਵਾਈਟ ਹਾਊਸ ਨੇ ਗ੍ਰਾਂਟਾਂ ਨੂੰ ਰੋਕਣ ਦਾ ਆਦੇਸ਼ ਜਾਰੀ ਕੀਤਾ। ਵਾਈਟ ਹਾਊਸ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਨੋਟਿਸ ਜਾਰੀ ਕੀਤਾ। ਇਸ ਨੋਟਿਸ ਵਿੱਚ ਹਾਰवर्ड ਯੂਨੀਵਰਸਿਟੀ ਵਿੱਚ ਕੁਝ ਬਦਲਾਅ ਪ੍ਰਸਤਾਵਿਤ ਕੀਤੇ ਗਏ।
ਉਦਾਹਰਨ ਵਜੋਂ ਯੂਨੀਵਰਸਿਟੀ ਦੀ ਕਾਰਜਸ਼ੈਲੀ ਵਿੱਚ ਕਈ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਮੈਰਿਟ ਆਧਾਰਿਤ ਦਾਖਲਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਡਿਟ, ਚਿਹਰੇ ਦੇ ਮਾਸਕ ਤੇ ਪਾਬੰਦੀ ਆਦਿ ਸ਼ਾਮਲ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਵਿਦਿਆਰਥੀ ਸਮੂਹ ਲਈ ਫੰਡਿੰਗ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ ਜੋ ਅਪਰਾਧਿਕ ਗਤੀਵਿਧੀਆਂ, ਗੈਰ ਕਾਨੂੰਨੀ ਹਿੰਸਾ ਅਤੇ ਗੈਰ ਕਾਨੂੰਨੀ ਪਰੇਸ਼ਾਨੀ ਨੂੰ ਉਤਸ਼ਾਹਿਤ ਕਰਦਾ ਹੈ। ਸੋ ਹਾਰਵਰਡ ਯੂਨੀਵਰਸਿਟੀ ਦੇ ਪ੍ਰਧਾਨ ਨੇ ਅਮਰੀਕੀ ਸਰਕਾਰ ਦੇ ਨੋਟਿਸ ਤੇ ਜਵਾਬੀ ਹਮਲਾ ਕੀਤਾ। ਐਲਨ ਨੇ ਕਹਿੰਦਾ ਹੈ ਕਿ ਕਿਸੇ ਵੀ ਸਰਕਾਰ ਨੂੰ ਅਜਿਹੇ ਨਿਰਦੇਸ਼ ਜਾਰੀ ਨਹੀਂ ਕਰਨੇ ਚਾਹੀਦੇ। ਪ੍ਰਾਈਵੇਟ ਯੂਨੀਵਰਸਿਟੀਆਂ ਕੀ ਸਿਖਾ ਸਕਦੀਆਂ ਹਨ, ਕਿਸ ਨੂੰ ਦਾਖਲ ਦਿੱਤਾ ਜਾ ਸਕਦਾ ਹੈ, ਕਿੰਨਾਂ ਨੂੰ ਨੌਕਰੀ ਤੇ ਰੱਖਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਕਿਸ ਖੇਤਰ ਵਿੱਚ ਸਿਖਾਇਆ ਜਾ ਸਕਦਾ ਹੈ। ਸੋ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਇਹਨਾਂ ਮਾਮਲੇ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਰਵਰਡ ਯੂਨੀਵਰਸਿਟੀ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ ਕੈਂਪਸ ਐਕਟਿਵਿਜ਼ਮ ਵਿੱਚ ਸ਼ਾਮਲ ਕਈ ਹੋਰ ਯੂਨੀਵਰਸਿਟੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਵੀ ਰੋਕ ਦਿੱਤੀਆਂ ਹਨ। ਇਸ ਸੂਚੀ ਵਿੱਚ ਪੈਨਸਿਲਵੇਨੀਆ, ਬ੍ਰਾਊਨ, ਪ੍ਰਿੰਸਟਨ ਵਰਗੀਆਂ ਕਈ ਯੂਨੀਵਰਸਿਟੀਆਂ ਦੇ ਨਾਮ ਸ਼ਾਮਲ ਹਨ। ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਸਮੁੱਚੇ ਉੱਤਰੀ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਵਿੱਚ ਸਮਾਗਮ ਕਰਵਾਏ ਗਏ ਅਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਸੀਸ ਨਿਵਾਉਂਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਹਨਾਂ ਦੀ ਪਤਨੀ ਡਾਇਨਾ ਨੇ ਓਟਵਾ ਦੇ ਗੁਰਦੁਆਰਾ ਸਾਹਿਬ ਵਿਖੇ ਸੀਸ ਨਿਵਾਇਆ। ਮਾਰਕ ਕਾਰਨੀ ਨੇ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ, ਕੈਨੇਡਾ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਨਿਸ਼ਕਾਮ ਸੇਵਾ ਅਤੇ ਬਰਾਬਰੀ ਦੇ ਸਿਧਾਂਤਾਂ ਸਿੱਖੀ ਨੂੰ ਦੁਨੀਆ ਦਾ ਵਿਲੱਖਣ ਅਤੇ ਅਡੋਲ ਧਰਮ ਬਣਾਉਂਦੇ ਹਨ। ਸੋ ਮਾਰਕ ਕਾਰਨੀ ਅਤੇ ਉਹਨਾਂ ਦੀ ਪਤਨੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ, ਜਦਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮਾਰਕ ਕਾਰਨੀ ਨੂੰ ਸਿਰੋਪਾਏ ਭੇਟ ਕੀਤੇ ਗਏ। ਸੋ ਇਸੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਹਾੜੇ ਅਤੇ ਸਿੱਖ ਵਿਰਾਸਤੀ ਮਹੀਨੇ ਦੀ ਵਧਾਈ ਦਿੱਤੀ ਗਈ। ਉਧਰ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਦੌਰਾਨ ਮੇਅਰ ਪੈਟ੍ਰਿਕ ਬਰਾਊਨ ਨੇ ਮੱਥਾ ਟੇਕਣ ਪੁੱਜੇ ਅਤੇ ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ ਦਿੱਤੀ। ਇਸ ਦੌਰਾਨ ਵੈਨਕੂਵਰ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। 5 ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਵਿੱਚ ਹਰ ਪਾਸੇ ਸੰਗਤ ਦਾ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਸੀ। ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਮੁਤਾਬਕ ਨਗਰ ਕੀਰਤਨ ਵਿੱਚ 2.5 ਤੋਂ 3 ਲੱਖ ਸੰਗਤ ਨੇ ਹਾਜ਼ਰੀ ਭਰੀ ਅਤੇ ਸਮਾਜ ਦੇ ਹਰ ਤਬਕੇ ਨਾਲ ਸੰਬੰਧਿਤ ਲੋਕ ਸ਼ਾਮਲ ਹੋਏ। ਫਿਲਿਪੀਨੋ BC ਦੇ ਬੋਰਡ ਡਾਇਰੈਕਟਰ ਨੇ ਕਿਹਾ ਕਿ ਉਹਨਾਂ ਦੀ ਪਰਵਰਿਸ਼ ਦੱਖਣੀ ਵੈਨਕੂਵਰ ਵਿੱਚ ਹੋਈ ਹੈ ਅਤੇ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਇਆ ਜਾਂਦਾ ਨਗਰ ਕੀਰਤਨ ਉਹਨਾਂ ਦੇ ਆਪਣੇ ਸੱਭਿਆਚਾਰ ਦਾ ਹਿੱਸਾ ਬਣ ਚੁੱਕਿਆ ਹੈ। ਆਰਮਰ ਪੱਗ ਬਣ ਕੇ ਉਹਨਾਂ ਨੇ ਪੱਗ ਬੰਨ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ ਕਿਹਾ ਕਿ ਸਿੱਖਾਂ ਦੀ ਦਸਤਾਰ ਹਰ ਸ਼ਖਸ ਦਾ ਸਿਰ ਮਾਣ ਨਾਲ ਉੱਚਾ ਕਰ ਦਿੰਦੀ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਯੂਨੀਵਰਸਿਟੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।